ਫਿਰ ਹੋਇਆ ਸ਼ੁਰੂ ਜ਼ਿੰਦਗੀ ਦਾ ਇੱਕ ਅਗਲਾ ਤੇ ਬੜਾ ਹੀ ਅਜੀਬ ਜਿਹਾ ਸਫ਼ਰ। ਮੈਂ ਇੱਕ ਗੱਲ ਦੁਰਾਹੇ ਰਹਿ ਕੇ ਸਿੱਖ ਲਈ ਸੀ ਕਿ ਅੱਗੇ ਵਧਣ ਲਈ ਘਰ ਤਾਂ ਛੱਡਣਾ ਹੀ ਪੈਣਾ। ਸੋ ਮੈਂ ਲੁਧਿਆਣੇ ਜਾਣ ਬਾਰੇ ਸੋਚ ਲਿਆ। ਇਹ ਮੇਰੀ ਜ਼ਿੰਦਗੀ 'ਚ ਬਹੁਤ ਅਜੀਬ ਚੀਜ਼ ਰਹੀ ਹੈ ਕਿ ਮੇਰਾ ਜੋ ਦਿਲ ਕਰਦਾ ਹੈ ਮੈਂ ਬਸ ਕਰ ਦਿੰਦਾ। ਅੱਜ ਕੱਲ੍ਹ ਤਾਂ ਲੋਕ ਇਹ ਬਹੁਤ ਸੋਚਦੇ ਆ ਕਿ ਜੇ ਘਰ ਛੱਡ ਕੇ ਕਿਸੇ ਫਲਾਣੀ ਜਗ੍ਹਾ ਗਏ, ਰਹਿਣਾ ਕਿੱਥੇ ਹੈ, ਖਾਣਾ ਕੀ ਹੈ, ਸੌਣਾ ਕਿੱਥੇ ਹੈ, ਕਰਨਾ ਕੀ ਹੈ। ਮੈਨੂੰ ਬਸ ਇੱਕ ਚੀਜ਼ ਪਤਾ ਸੀ ਕਿ ਵੱਡੇ ਸ਼ਹਿਰ 'ਚ ਜਾ ਕੇ ਮੈਂ ਕੁਝ ਵੱਡਾ ਕਰੂੰਗਾ। ਇਹ ਮੈਂ ਮਨ 'ਚ ਪੱਕੀ ਧਾਰੀ ਹੋਈ ਸੀ। ਤੇ ਫੇਰ ਕੀ ਸੀ, ਇੱਕ ਦਿਨ ਜ਼ਿਆਦਾ ਦਿਮਾਗ ਘੁੰਮਿਆ ਤੇ ਚੁੱਕਿਆ ਬੋਰੀਆ ਬਿਸਤਰ, ਤੁਰ ਪਏ ਲੁਧਿਆਣੇ। ਛੇਤੀ ਹੀ ਮਾਤਾ ਦੀ ਸਿਫਾਰਿਸ਼ ਤੇ ਇੱਕ ਕੰਮ ਮਿਲ ਗਿਆ। ਰੱਬ ਦਾ ਇਹ ਸੁੱਖ ਰਿਹਾ, ਮੈਂ ਕਿਸੇ ਫੈਕਟਰੀ ਜਾਂ ਮਿਲ 'ਚ ਲੱਗਣ ਬਾਰੇ ਨਹੀਂ ਸੋਚਿਆ। ਇਹ ਮਨ 'ਚ ਸੀ ਕਿ ਥੋੜ੍ਹਾ ਬਹੁਤ ਜਿੰਨਾ ਵੀ ਪੜ੍ਹਿਆ ਉਹਦੇ ਸਿਰ 'ਤੇ ਹੀ ਇੱਕ ਕੰਮ ਕਰ ਲੂੰ, ਕਿਉਂਕਿ ਮੈਨੂੰ ਅੰਗਰੇਜ਼ੀ ਵੀ ਤਾਂ ਆਉਂਦੀ ਹੀ ਸੀ। ਸੋ ਮੈਂ ਜਾ ਕੇ ਸਬਵੇ 'ਚ ਲੱਗ ਗਿਆ। ਸੋਚਿਆ ਹੁਣ ਬਸ ਆਹੀ ਜ਼ਿੰਦਗੀ ਆ, ਕੰਮ ਕਰੋ ਤੇ ਘਰ ਪੈਸੇ ਪਾਓ। ਰਹਿਣ ਦਾ ਮਨ ਬਣਾਇਆ ਮਾਸੀ ਘਰ 1-2 ਮਹੀਨੇ, ਜਦ ਤੱਕ ਕੋਈ ਟਿਕਾਣਾ ਨਹੀਂ ਮਿਲਦਾ। ਤੇ ਜਵਾਨ ਨਹੀਂ ਹੋ ਕੇ ਸਵੇਰੇ ਹੀ ਤਿਆਰ ਤੁਰ ਪਏ। ਕੰਮ 'ਤੇ ਗਏ ਤਾਂ ਬਹੁਤ ਖੁਸ਼ ਵੀ ਅੱਜ ਤੋਂ ਆਪਾਂ ਬਹੁਤ ਕਮਾਊ ਹੋ ਜਾਣਾ ਹੈ। ਪਰ ਮੈਨੂੰ ਕੀ ਪਤਾ ਸੀ ਕਿ ਕਮਾਈ ਕਰਨੀ ਇੰਨੀ ਸੌਖੀ ਚੀਜ਼ ਨਹੀਂ ਹੁੰਦੀ। ਜਾਂਦੇ ਹੀ ਸਾਰ ਅਗਲਿਆਂ ਨੇ ਰਾਤ ਦੇ ਗੰਦੇ ਭਾਂਡੇ ਮਾਰੇ ਮੱਥੇ, ਆਖੇ ਧੋ ਦੋ ਜੀ ਇਹਨਾਂ ਨੂੰ। ਸਾਲਾ ਮੇਰਾ ਤਾਂ ਤਰਾਹ ਨਿਕਲ ਗਿਆ। ਘਰ ਮਾਤਾ ਨੇ ਤਾਂ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਭਰਨ ਦਿੱਤਾ। ਬਹੁਤ ਲਾਡ ਨਾਲ ਪਾਲਿਆ ਸੀ ਮੈਨੂੰ। ਪਰ ਮੈਂ ਅੱਕ ਚੱਬਿਆ ਤੇ ਲੱਗ ਪਿਆ ਜੀ ਭਾਂਡੇ ਮਾਂਜਣ। ਔਖੇ ਸੌਖੇ ਭਾਂਡੇ ਤਾਂ ਮਾਂਜਦੇ, ਸਾਲਾ ਗਰਮੀ ਨਾਲ ਭਿੱਜਿਆ ਕਿ ਸਿੰਕ ਵਾਲੇ ਪਾਣੀ ਨਾਲ ਹਾਲੇ ਵੀ ਕਨਫਿਊਜ਼ਨ ਆ। ਬਸ ਮੈਨੂੰ ਲੱਗਿਆ ਆਹੀ ਕੰਮ ਹੋਊ ਕਿਤੇ। ਪਰ ਕਾਹਨੂੰ ਟਲਦੇ ਸੀ ਅਗਲੇ। ਸਬਜ਼ੀਆਂ ਲਿਆਏ ਬਈ, ਕਦੇ 10 ਕਿਲੋ ਖੀਰੀ ਕੱਟ, ਕਦੇ ਟਮਾਟਰ ਕੱਟ। ਪਰ ਉਦੋਂ ਹੱਦ ਹੀ ਹੋ ਗਈ ਜਦੋਂ ਕਿਹਾ ਪਿਆਜ਼ ਕੱਟ। ਮੈਂ ਤਾਂ ਘਰੇ ਕਦੇ ਮਾਤਾ ਨੂੰ ਕੋਲ ਬਹਿ ਕੇ ਨਹੀਂ ਸੀ ਪਿਆਜ਼ ਕੱਟਣ ਦਿੰਦਾ, ਤੇ ਇੱਥੇ ਬੋਰੀ ਭਰ ਕੇ ਪਿਆਜ਼ ਰੱਖਤੇ। ਕੱਟਣ ਦਾ ਤਰੀਕਾ ਦੱਸਤਾ, ਮੈਂ ਵੀ ਲੱਗ ਪਿਆ ਕੱਟਣ। 2 ਮਿੰਟਾਂ ਵਿੱਚ ਹੀ ਅੱਖਾਂ 'ਚੋਂ ਪਾਣੀ ਬਾਹਰ। ਪਿਆਜ਼ਾਂ ਕਰਕੇ ਆਇਆ ਕਿ ਰੋਣ ਕਰਕੇ, ਇਹ ਵੀ ਇੱਕ ਕਨਫਿਊਜ਼ਨ ਆ। ਮਾਲਕ ਦੇਖ ਰਿਹਾ ਸੀ ਕੱਟਦੇ ਨੂੰ। ਮੈਂ ਸੋਚਿਆ ਪਹਿਲਾ ਦਿਨ ਆ, ਆਪ ਨਹੀਂ ਕਹਿਣਾ ਕਿ ਜੀ ਕਿੰਨੇ ਕੱਟਾਂ, ਇਹ ਆਪ ਹੀ ਕਵੇ ਵੀ ਬਸ ਬਹੁਤ ਆ। ਪਰ ਉਹ ਪਤੰਦਰ ਖਬਰੇ ਭੁੱਲ ਗਿਆ ਸੀ ਕਿ ਪਰਖਦਾ ਸੀ। ਮੈਂ 2 ਘੰਟੇ ਪਿਆਜ਼ ਕੱਟਦਾ ਰਿਹਾ। ਦਿਖਣਾ ਤਾਂ ਜਿਵੇਂ ਬੰਦ ਹੀ ਹੋ ਗਿਆ, ਬਸ ਹੱਥ ਹੀ ਚੱਲਦੇ ਦਿਖਣ ਮੈਨੂੰ। ਪਰ ਚਲੋ ਅਖੀਰ ਮਾਲਕ ਆਇਆ। ਆਖਰੀ ਪਿਆਜ਼ ਮੇਰੇ ਹੱਥ 'ਚ ਸੀ। ਕਹਿੰਦਾ ਬਸ ਬਹੁਤ ਨੇ। ਵੀ ਕੋਈ ਪੁੱਛੇ ਇਹ ਇੱਕ ਵੀ ਕੱਟ ਲੈਣ ਦੇ ਹੁਣ, ਇਹਦੇ ਨਾਲ ਕੀ ਬਾਅਦ 'ਚ ਮੁਰਗਾ ਬਣਾਏਗਾ। ਪਰ ਖੈਰ, ਫਿਰ ਸਰਦਾਰ ਸਾਹਿਬ ਨੇ ਦਫ਼ਤਰ ਬੁਲਾ ਲਿਆ। ਆਖੇ ਤਨਖਾਹ ਦੀ ਗੱਲ ਕਰ ਲਈਏ। ਮੈਂ ਕੁਝ ਖੁਸ਼ ਹੋਇਆ ਵੀ ਕਿੰਨੀ ਹੈ। ਕਹਿੰਦਾ ਪਹਿਲੇ ਮਹੀਨੇ 3000, ਫਿਰ ਦੂਜੇ ਤੋਂ ਸਿੱਧੀ 6000। ਮੇਰੇ ਤਾਂ ਜਿਵੇਂ ਕਰੰਟ ਲੱਗ ਗਿਆ ਹੋਵੇ ਵੀ 3000 ਇੰਨੀ ਖੱਜਲ ਖੁਆਰੀ ਦਾ। ਇੰਨੇ ਕੁ ਤਾਂ ਵਿਕਾਸ 7ਵੀਂ 'ਚ ਇੱਕ ਦਿਨ 'ਚ ਖਰਚ ਕਰ ਦਿੰਦਾ ਸੀ। ਫਿਰ ਮੈਨੂੰ ਯਾਦ ਆਇਆ ਕਿ ਮੇਰੇ 10ਵੀਂ ਵੇਲੇ ਸੁਪਨੇ ਕਿੱਡੇ ਸੀ ਕਿ IIT ਕਲੀਅਰ ਕਰੂੰ ਜਾਂ NOA, ਇੱਕ ਰੈਪੂਟਡ ਜਿਹੀ ਜੋਬ ਹੋਊ, ਪੈਕੇਜ ਹੋਣਗੇ 70 ਲੱਖ ਦੇ। ਪਰ ਆਹ ਕੀ, ਸੁਪਨੇ ਖਤਮ ਹੋ ਗਏ। 3000 ਕਮਾਊ ਮੇਰਾ ਪੁੱਤ। ਇਸ ਲਈ ਮਾਂ ਨੇ ਇੰਨਾ ਜ਼ੋਰ ਲਾਇਆ ਸੀ, ਫੀਸਾਂ ਭਰੀਆਂ ਸੀ। ਪਰ ਫਿਰ ਮੈਂ ਸੋਚਿਆ ਦੇਖੀ ਜਾਊ, ਸ਼ਾਇਦ ਮੇਰੀ ਕਿਸਮਤ 'ਚ ਇਹੀ ਲਿਖਿਆ ਸੀ। ਬਸ ਰੋਜ਼ ਕੰਮ ਕਰਦਾ ਰਿਹਾ। ਜ਼ਿੰਦਗੀ ਖੜ ਜਿਹੀ ਗਈ ਸੀ। ਬਸ ਖੁਸ਼ੀ ਮਿਲਦੀ ਸੀ ਤਾਂ 2 ਗੱਲਾਂ ਦੀ, ਕਿ ਮਾਂ ਕਿਹਾ ਕਰਦੀ ਸੀ ਪੁੱਤ ਪੜ੍ਹ ਲਿਖ ਲੈ, AC 'ਚ ਕੰਮ ਕਰੇਂਗਾ, ਨਹੀਂ ਤਾਂ ਭਾਂਡੇ ਮਾਂਜਣੇ ਪੈਣਗੇ। ਪਰ ਆਹ ਸਾਲਾ ਕੀ ਅਜੀਬ ਹੋਇਆ। ਹੁਣ ਮੈਂ AC ਥੱਲੇ ਭਾਂਡੇ ਮਾਂਜਣ ਤੇ ਸਬਜ਼ੀਆਂ ਕੱਟਣ ਦਾ ਕੰਮ ਕਰ ਰਿਹਾ ਸੀ। ਦੂਜੀ ਖੁਸ਼ੀ ਇਸ ਗੱਲ ਦੀ ਸੀ ਕਿ ਸਬਵੇ 'ਚ ਗਾਣੇ ਪੰਜਾਬੀ ਲਗਾਤਾਰ ਚੱਲਦੇ ਰਹਿੰਦੇ ਸੀ। ਬੜਾ ਸਵਾਦ ਆਉਂਦਾ ਸੀ। ਸ਼ਹਿਰੀ ਮਾਨ ਮੇਰਾ ਫੇਵਰਟ ਹੋ ਗਿਆ ਸੀ। ਉਹਨਾਂ ਦਿਨਾਂ 'ਚ ਉਹਦੇ ਇੱਕ ਗਾਣਿਆਂ ਵਾਲੀ ਕੁੜੀ ਜਿਹੜੀ ਬਾਹਰ ਚਲੀ ਜਾਂਦੀ ਆ, ਮੈਨੂੰ ਆਪਣਾ ਸੋ ਕੋਲਡ ਪਿਆਰ ਯਾਦ ਆਇਆ। ਜਾਂ ਜਦੋਂ ਘਰ ਵਾਪਸ ਜਾਇਆ ਕਰਾਂ ਕੰਮ ਤੋਂ ਤਾਂ ਗਾਣਾ ਚੱਲਦਾ ਸੀ ਲਗਾਤਾਰ ਹੈੱਡਫੋਨਸ 'ਤੇ। ਦਿਨ ਢਲਦੇ ਨੂੰ ਕੰਮ ਤੋਂ ਜਦ ਘਰ ਆਵਾਂ ਮੈਂ, ਖੰਭ ਸੋਚਦੇ ਲਾ ਕੇ ਪਿੰਡ ਉੱਡ ਜਾਵਾਂ ਮੈਂ। ਉਹਦੇ ਵਿਚਲੀ ਉਹ ਲਾਈਨ ਕਿ ਹੀਰ ਨੌਕਰੀ ਦੇ ਲਈ ਜਦ ਘਰ ਛੱਡਿਆ ਸੀ, ਰਾਂਝੇ ਵਾਂਗੂ ਲੜਿਆ ਨਾਲ ਪਰਾਵਾਂ ਮੈਂ। ਬਸ ਗਾਣੇ ਹੀ ਅੱਜ ਕੱਲ੍ਹ ਮੇਰੇ ਪੱਕੇ ਮਿੱਤਰ ਸੀ। ਫਿਰ ਮੈਂ ਬਸ ਚੁੱਪ ਕਰਕੇ ਕੰਮ ਕਰਦਾ ਰਿਹਾ ਤੇ ਮਨ ਸਮਝਾ ਲਿਆ ਕਿ ਸੁਪਨੇ ਹੀ ਹੁੰਦੇ ਨੇ, ਬਾਲਾ ਪਿੱਛੇ ਨਹੀਂ ਭੱਜੀਦਾ। ਤੇ ਇੱਕ ਦਿਨ ਸਾਰੇ ਕਹਿੰਦੇ ਅੱਜ ਪਾਰਟੀ ਹੈ, ਸਾਡੇ ਮੈਨੇਜਰ ਦਾ ਜਨਮ ਦਿਨ ਆ। ਤੇ ਆਪਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਹੋਈ ਵੀ ਆਹ ਅੱਜ ਕੁਝ ਅਲੱਗ ਹੋਣ ਲੱਗਿਆ। ਪਰ ਜਦੋਂ ਉਹਨਾਂ ਪਾਰਟੀ 'ਚ ਲਿਆਂਦੀ ਦਾਰੂ ਤਾਂ ਮਨ ਨੂੰ ਕੁਝ ਹੋਣ ਲੱਗਿਆ ਵੀ ਸਾਲਾ ਪੜ੍ਹ ਲਿਖ ਕੇ ਵੀ ਕੀ ਮਿਲ ਗਿਆ ਜ਼ਿੰਦਗੀ 'ਚ। ਉਹਨਾਂ ਕਿਹਾ ਲਾਉਣੇ ਪੈਗ, ਮੇਰੇ ਮੂੰਹ 'ਚ ਨਿਕਲ ਗਿਆ ਹਾਂ, ਜਦ ਕਿ ਮੈਂ ਜ਼ਿੰਦਗੀ 'ਚ ਕਦੇ ਟੇਸਟ ਵੀ ਨਹੀਂ ਸੀ ਕੀਤੀ। ਬਸ ਫੇਰ ਕੀ ਸੀ, ਪਤੰਦਰਾਂ ਨੇ ਭਰ ਕੇ ਦਿੱਤਾ। ਜਦ ਇੱਕ ਘੁੱਟ ਭਰੀ, ਗਲ 'ਚੋਂ ਹੀ ਨਹੀਂ ਲੰਘਿਆ ਵੀ ਇਹ ਕੀ ਇੰਨਾ ਕੋੜਾ, ਬਾਪੂ ਪਤਾ ਨਹੀਂ ਕਿੱਦਾਂ ਪੀ ਲੈਂਦਾ। ਉਹ ਮੈਨੂੰ ਕਹਿੰਦੇ ਐਵੇਂ ਘੈਂਟ ਬਣੀ ਜਾਂਦਾ, ਪੀਣੀ ਤੈਨੂੰ ਆਉਂਦੀ ਨਹੀਂ। ਵਿੱਚੋਂ ਇੱਕ ਨੇ ਕਿਹਾ ਸ਼ਹਿਰੀ ਆ ਨਾ ਤਾਂ ਕਰਕੇ।
ਮੇਰੇ ਅੰਦਰ ਉਹ ਚੀਜ਼ ਜਾਗ ਪਈ ਵੀ ਮੈਂ ਕਿਸੇ ਤੋਂ ਘੱਟ ਨਹੀਂ। ਇੱਕੋ ਸਾਹ ਮਾਰਿਆ ਅੰਦਰ। ਫਿਰ 2-3 'ਚ ਹੀ ਇੱਕ ਅਜੀਬ ਜਿਹੀ ਖੁਸ਼ੀ ਜਿਹੀ ਮਿਲਣ ਲੱਗ ਗਈ। ਸਾਲਾ ਸਭ ਮਿੱਠਾ ਮਿੱਠਾ ਲੱਗੇ। ਹਾਏ ਓ ਰੱਬਾ, ਇੰਨਾ ਸਵਾਦ ਤਾਂ ਕਦੇ ਆਇਆ ਹੀ ਨਹੀਂ। ਮੈਂ ਸੈੱਟ ਜਿਹਾ ਹੋ ਕੇ ਉਹਨਾਂ ਨੂੰ ਕਿਹਾ, ਵੀਰੇ ਮੈਂ ਗਾ ਵੀ ਲੈਣਾ। ਉਹ ਕਹਿੰਦੇ ਚੱਲ ਸੁਣਾ। ਜਦ ਮੈਂ ਸੁਣਾਇਆ ਬਹੁਤ ਖੁਸ਼ ਹੋਏ। ਸਾਰੀ ਰਾਤ ਗਾਈ ਗਿਆ ਅਤੇ ਮੈਂ ਪੈਗ ਲਾਈ ਗਿਆ। ਉਹ ਵੀ ਸੁਣੀ ਗਏ, ਤਾਰੀਫ ਕਰੀ ਗਏ ਅਤੇ ਕਹਿੰਦੇ ਨਾ ਵੀ ਨਾ, ਇਹ ਕਾਹਨੂੰ ਸ਼ਾਇਰੀ ਹੈ, ਇਹ ਤਾਂ ਪੂਰਾ ਜੱਟ ਆ ਸਾਡਾ, ਗਾਉਂਦਾ ਵੀ ਪੂਰਾ ਟੰਕੇ ਆ। ਹੁਣ ਤੱਕ ਮੈਂ ਮਾਸੀ ਦਾ ਘਰ ਛੱਡ ਕੇ ਸੱਵੇ ਵਾਲਿਆਂ ਵੱਲੋਂ ਹੀ ਇੱਕ ਕਮਰੇ 'ਚ ਰਹਿਣ ਲੱਗਿਆ ਅਤੇ ਜਾ ਕੇ ਸੋ ਗਏ। ਦੂਜੇ ਦਿਨ ਮੇਰਾ ਕੰਮ ਅਤੇ ਰੁਤਬਾ ਹੋਰ ਹੀ ਸੀ। ਸਾਰੇ ਯਾਰ ਦੋਸਤ ਬਣ ਗਏ ਸੀ। ਮੈਨੇਜਰ ਨੂੰ ਵੀ ਸਰ ਤੋਂ ਤੂੰ ਸੁਣਨਾ ਮਨਜ਼ੂਰ ਹੋ ਗਿਆ ਸੀ। ਮੈਂ ਸੋਚਿਆ ਤਾਂ ਹੀ ਬਾਪੂ ਪੀਂਦਾ। ਇਹ ਚੀਜ਼ ਤਾਂ ਟੈਨਸ਼ਨ ਨੂੰ ਭਜਾਉਣ ਦਾ ਮੰਤਰ ਹੈ। ਸਾਲਾ ਫੇਰ ਕੀ ਸੀ, ਰੋਜ਼ ਹੀ ਦਾਰੂ ਚੱਲਿਆ ਕਰੇ, ਰੋਜ਼ ਹੀ ਗੀਤ। ਉਹ ਚੀਜ਼ ਨਾਲ 2 ਕੰਮ ਹੋਏ। ਇੱਕ ਮੈਂ ਬਣ ਗਿਆ ਪੱਕਾ ਸ਼ਰਾਬੀ ਅਤੇ ਦੂਜਾ ਗਾਇਕ ਅਤੇ ਰੌਣਕ ਯਾਰਾਂ ਦੋਸਤਾਂ ਦੀ ਟੋਲੀ ਦੀ। ਮੈਨੂੰ ਹੁਣ ਆਹੀ ਜ਼ਿੰਦਗੀ ਘੈਂਟ ਲੱਗ ਰਹੀ ਸੀ ਅਤੇ ਮੇਰਾ ਰਿਜ਼ਲਟ ਆ ਗਿਆ ਸੀ। 12ਵੀਂ 'ਚ ਨੰਬਰ ਸੀ 83%। ਸਾਰੇ ਕੰਮ 'ਤੇ ਹੈਰਾਨ ਵੀ ਪੜ੍ਹਨ ਲਿਖਣ ਵਾਲਾ ਮੁੰਡਾ ਗਾਉਂਦਾ ਵੀ ਘੈਂਟ ਹੈ, ਅੰਗਰੇਜ਼ੀ ਵਾਲੇ ਕਸਟਮਰ ਵੀ ਇਹਨੂੰ ਪਸੰਦ ਕਰਦੇ ਆ। ਮੈਂ ਆਪਣੇ ਕੰਮ 'ਤੇ ਇੱਕ ਸਟਾਰ ਫੇਸ ਬਣ ਗਿਆ ਸੀ। ਬਸ ਫਿਰ ਸਮਝ ਲੱਗ ਗਈ ਕਿ ਦਾਰੂ ਪੀ ਕੇ ਜਦ ਮੈਂ ਗਾਉਣਾ ਤਾਂ ਲੋਕਾਂ 'ਚ ਮੇਰੀ ਗੱਲਬਾਤ ਘੈਂਟ ਵਾਲੀ ਹੋ ਜਾਂਦੀ ਆ ਅਤੇ ਯਾਰ ਦੋਸਤ ਵੀ ਬਣਦੇ ਨੇ। ਲੋਕੀ ਮੇਰੇ ਨਾਲ ਘੁਲ ਮਿਲ ਜਾਂਦੇ ਨੇ। ਫਿਰ ਸਭ ਕੁਝ ਠੀਕ ਸੀ ਕਿ ਇੱਕ ਦਿਨ ਫਿਰ ਅਜੀਬ ਜਿਹਾ ਕਿੱਸਾ ਹੋਇਆ। ਕੋਈ ਬਹੁਤ ਸਾਲ ਪਹਿਲਾਂ NCC ਦੇ ਕੈਂਪ 'ਤੇ ਬਣਿਆ ਦੋਸਤ ਕਸਟਮਰ ਬਣ ਕੇ ਆਇਆ। ਉਹਨੂੰ ਮੈਂ ਪਹਿਚਾਣ ਲਿਆ ਅਤੇ ਕਿਹਾ, ਬਾਈ ਤੂੰ ਉਹੀ ਆ ਨਾ NCC ਵਾਲਾ? ਨਾਮ ਸੀ ਉਸਦਾ ਸੌਰਵ। ਕਹਿੰਦਾ ਮੈਨੂੰ ਦੇਖ ਕੇ, ਤੂੰ ਸਾਲਿਆ ਇੱਥੇ ਕੀ ਕਰਦਾ? ਮੈਂ ਹੱਸ ਕੇ ਕਿਹਾ, ਕੰਮ ਕਰਦਾ, ਹੋਰ ਕੀ। ਉਹਨੇ ਕਿਹਾ, ਪੜ੍ਹਾਈ 'ਚ ਤਾਂ ਤੂੰ ਤੇਜ਼ ਸੀ, ਫਿਰ ਆਹ ਕੀ? ਮੈਂ ਕਿਹਾ, ਬਸ ਮਿੱਤਰਾ ਕਿਸਮਤ ਆ, ਕਿਤੇ ਵੀ ਲੈ ਜਾਂਦੀ ਹੈ। ਉਹ ਕੁਝ ਸੋਚਣ ਲੱਗਿਆ। ਫਿਰ ਉਹਨੇ ਕਿਹਾ ਵੀ 12ਵੀਂ 'ਚੋਂ ਪਾਸ ਆ? ਮੈਂ ਕਿਹਾ ਹਾਂ ਬਾਈ। ਕਹਿੰਦਾ ਕੱਲ੍ਹ ਆਪਣੇ ਸਰਟੀਫਿਕੇਟ 'ਤੇ ਪ੍ਰੂਫ ਮੰਗਾ ਲਾ, ਕੁਝ ਕਰਦੇ ਹਾਂ। ਮੈਂ ਹੱਸ ਪਿਆ ਵੀ ਸਾਲਾ ਇਹ ਪਾਗਲ ਹੀ ਆ, ਇਹਨੂੰ ਲੱਗਦਾ ਕਾਲਜ ਲਵਾਊ ਮੈਨੂੰ। ਫੀਸ ਇਹਦਾ ਪਿਓ ਭਰੂ। ਕਾਲਜਾਂ ਦੀਆਂ ਤਾਂ ਫੀਸਾਂ ਹੀ ਬਹੁਤ ਹੁੰਦੀਆਂ ਨੇ। ਅਤੇ ਮੈਂ ਜਿਸ ਦਿਨ ਘਰੋਂ ਤੁਰਿਆ ਸੀ ਸੋਚ ਕੇ ਤੁਰਿਆ ਸੀ ਕਿ ਹੁਣ ਪੜ੍ਹਾਈ 'ਤੇ ਮਾਂ ਤੋਂ ਜਾਂ ਬਾਪੂ ਤੋਂ ਕੋਈ ਪੈਸਾ ਨਹੀਂ ਲਾਉਣਾ। ਚਲੋ ਮੈਂ ਭੁੱਲ ਗਿਆ। ਉਹ ਅਗਲੇ ਦਿਨ ਸੱਚੀ ਆ ਗਿਆ, ਆਖੇ ਦੇ ਸਰਟੀਫਿਕੇਟ। ਮੈਂ ਬਹੁਤ ਹੈਰਾਨ ਹੋਇਆ ਵੀ ਇਹ ਸਾਲਾ ਸੱਚੀ ਸੀਰੀਅਸ ਆ। ਮੈਂ ਕਿਹਾ ਵੀ ਚੱਲ ਇਹਦਾ ਕਿਹੜਾ ਵਿਚਾਰੇ ਦਾ ਕੋਈ ਫਾਇਦਾ ਆ, ਮੈਂ ਇਹਨੂੰ ਸਰਟੀਫਿਕੇਟ ਹੀ ਦੇ ਦਿੰਦਾ, ਮੇਰੇ ਵੀ ਕਿਸ ਕੰਮ ਦੇ ਹੁਣ। ਮੈਂ ਉਹਨੂੰ ਕਿਹਾ ਵੀ ਚੱਲ ਕੱਲ੍ਹ ਫੜ ਲਈ ਮੈਥੋਂ। ਅਗਲੇ ਦਿਨ ਮੈਂ ਘਰੋਂ ਸਰਟੀਫਿਕੇਟ ਮੰਗਾ ਲਏ ਅਤੇ ਉਹਦੇ ਹੱਥ 'ਤੇ ਰੱਖ ਦਿੱਤੇ। ਫਿਰ ਉਹ ਕੁਝ ਦਿਨ ਬਾਅਦ ਆਇਆ, ਕਹਿੰਦਾ ਤੇਰੀ ਮਾਤਾ ਟੀਚਰ ਨੇ ਨਾ? ਮੈਂ ਕਿਹਾ ਹਾਂ। ਕਹਿੰਦਾ ਓਕੇ। ਚਲਾ ਗਿਆ। ਹਫ਼ਤੇ ਬਾਅਦ ਕੰਮ 'ਤੇ ਆ ਕੇ ਕਹਿੰਦਾ ਮਾਤਾ ਦੇ ਟੀਚਰ ਹੋਣ ਦਾ ਸਰਟੀਫਿਕੇਟ ਬਣਵਾ, ਕੰਮ ਆ ਇੱਕ। ਮੈਂ ਸੋਚੀ ਗਿਆ ਕਰੀ ਕੀ ਜਾਂਦਾ ਇਹ ਲਾਲਾ ਜਿਹਾ। ਪਰ ਲਾਲਾ ਸ਼ਕਲ ਤੋਂ ਸੀ, ਅਕਲ ਤੋਂ ਬਹੁਤ ਤੇਜ਼ ਸੀ। ਮੈਂ ਮਾਤਾ ਨੂੰ ਕਹਿ ਕੇ ਬਣਵਾ ਲਿਆ ਅਤੇ ਉਹਨੂੰ ਫੜਾ ਦਿੱਤਾ। ਫਿਰ ਉਹ ਦੂਜੇ ਦਿਨ ਜਾ ਕੇ ਕਹਿੰਦਾ 15 ਤਰੀਕ ਨੂੰ SCD ਗੌਰਮੈਂਟ ਕਾਲਜ ਲਿਸਟ ਲੱਗੂ, ਜਾ ਕੇ ਦੇਖ ਲਈ, ਸ਼ਾਇਦ ਤੇਰਾ ਨਾਮ ਆ ਜੇ। ਮੈਂ ਕਿਹਾ ਵੀ ਇਹਨੇ ਯਾਨੀ ਕੋਈ ਕਾਂਡ ਕਰ ਹੀ ਦਿੱਤਾ। ਪਰ ਸਮਝ ਨਾ ਆਵੇ ਇੰਨੇ ਟਾਈਮ ਬਾਅਦ ਮਿਲ ਕੇ ਇਹਨੇ ਮੇਰਾ ਸਾਥ ਕਿਉਂ ਦਿੱਤਾ। ਸ਼ਾਇਦ ਅੱਜ ਤੱਕ ਵੀ ਸਮਝ ਨਹੀਂ ਆਇਆ। ਲੱਗਦਾ ਹੈ ਕੁਝ ਲੋਕਾਂ ਨੂੰ ਰੱਬ ਬਸ ਵੈਸੇ ਹੀ ਭੇਜ ਦਿੰਦਾ ਹੈ ਮਦਦ ਕਰਨ। ਅਤੇ ਜਦ 15 ਤਰੀਕ ਮੈਂ ਕਾਲਜ ਗਿਆ ਤਾਂ ਹੋਸ਼ ਉੱਡ ਗਏ। ਕੰਧ 'ਤੇ ਬੱਬੂ ਹੋਰਾਂ ਦਾ ਨਾਮ ਸਣੇ ਬਾਪੂ ਦੇ ਨਾਮ 'ਤੇ ਲੱਗਿਆ ਸੀ। ਮਨ 'ਚ ਇੱਕ ਗੱਲ ਆਈ, ਬਾਪੂ ਦੇਖ ਲੈ ਤੇਰਾ ਨਾਮ ਕਾਲਜ ਦੀ ਕੰਧ ਤੱਕ ਲੈ ਹੀ ਆਇਆ। ਫਿਰ ਜਦ ਫੀਸ ਪੁੱਛੀ ਤਾਂ ਖੁਸ਼ੀ ਹੱਦ ਟੱਪ ਗਈ। ਫੀਸ ਸੀ ਸਿਰਫ 3000 ਰੁਪਏ। ਮੈਂ ਸੋਚਿਆ ਮਾਤਾ ਤੋਂ ਮੰਗਣ ਦੀ ਵੀ ਨਹੀਂ ਲੋੜ, ਆਪਣੀ ਤਨਖਾਹ ਨਾਲ ਹੀ ਭਰ ਦੂੰ। ਪਰ ਸਾਲਾ ਇੱਕ ਪੰਗਾ ਪੈ ਗਿਆ। ਮਾਤਾ ਦੇ ਉਹ ਟੀਚਰ ਕੋਟੇ ਵਾਲੇ ਸਰਟੀਫਿਕੇਟ 'ਚ ਕੋਈ ਪ੍ਰੋਬਲਮ ਆ ਗਈ, ਜਿਹੜੀ ਚੰਡੀਗੜ੍ਹੋਂ ਪੰਜਾਬ ਯੂਨੀਵਰਸਿਟੀ 'ਚੋਂ ਠੀਕ ਹੋਣੀ ਸੀ। ਮੈਂ ਅਗਲੇ ਦਿਨ ਚਲਾ ਗਿਆ। ਜਦ ਯੂਨੀ ਦੇਖੀ ਤਾਂ ਦਿਮਾਗ ਹਿੱਲ ਗਿਆ। ਬੱਚੇ ਹੱਥਾਂ 'ਚ ਕਿਤਾਬਾਂ, ਪਾਰਕ 'ਚ ਕੁੜੀਆਂ ਮੁੰਡੇ ਬੈਠੇ। ਕੁੜੀਆਂ ਇੰਨੀਆਂ ਸੋਹਣੀਆਂ ਵੀ ਸਾਲਾ ਇੰਦਰ ਦੇਵਤਾ ਡੋਲ ਜਾਵੇ। ਮੈਂ ਪਹਿਲਾਂ ਤਾਂ ਕਰਾਇਆ ਸਰਟੀਫਿਕੇਟ ਦਾ ਕੰਮ, ਫਿਰ ਯੂਨੀ ਘੁੰਮਣ ਲੱਗਿਆ ਅਤੇ ਉਸੇ ਦਿਨ ਸੋਚ ਲਿਆ ਮਿੱਤਰਾ ਕਾਲਜ ਪੂਰਾ ਕਰਕੇ ਅਗਲੀ ਪੜ੍ਹਾਈ ਇੱਥੇ ਹੀ ਕੀਤੀ ਜਾਊਂ। ਹੁਣ ਦੁਬਾਰਾ ਮਨ 'ਚ ਪੜ੍ਹਾਈ ਵਾਲਾ ਕੀੜਾ ਜਾਗ ਪਿਆ ਵੀ ਮਾਤਾ ਟੌਰ ਨਾਲ ਕਹੂੰ ਇੱਕ ਦਿਨ ਕਿ ਮੁੰਡਾ PU ਪੜ੍ਹਦਾ ਮੇਰਾ। ਨਾਲੇ ਉਹ ਸ਼ਹਿਰੀ ਮਾਨ ਵੀ ਤਾਂ ਕਹਿੰਦਾ ਹੁੰਦਾ PU ਬਣਿਆ, ਹੁਣ ਘਰ ਦੂਜਾ, ਨਵੀਂ ਇੱਕ ਬਣੀ ਸਹੇਲੀ ਪੂਜਾ, ਅਤੇ ਪੈ ਗਿਆ ਚੰਡੀਗੜ੍ਹ ਦਾ ਚਸਕਾ। ਆਪਾਂ ਕਿਹਾ ਠੀਕ ਆ, ਸ਼ਹਿਰੀ ਮਾਨ ਨੇ ਜਿੱਥੇ ਇੰਨੇ ਗਾਣੇ ਮੇਰੇ ਲਈ ਗਾਏ ਆ ਵੀ ਮੇਰੇ 'ਤੇ ਹੀ ਆ। ਉਡੀਕ ਰਹੀ ਹੈ ਚੰਡੀਗੜ੍ਹ ਦੀ ਧਰਤੀ ਮੈਨੂੰ, ਪਰ ਪਹਿਲਾਂ ਕਾਲਜ 3 ਸਾਲ 'ਚ ਲੰਘਾਉਣਾ ਪਊ। ਅਗਲੇ ਦਿਨ ਕਾਲਜ ਗਿਆ ਅਤੇ ਸਬਜੈਕਟ ਭਰਤੇ ਪੰਜਾਬੀ, ਮਿਊਜ਼ਿਕ ਅਤੇ ਸੋਸ਼ੋਲੋਜੀ। ਮਾਲਕ ਤੋਂ ਫੜੇ ਪੈਸੇ ਅਤੇ ਜਦੋਂ ਫੀਸ ਦੀ ਪਰਚੀ ਕਟਾਈ ਤਾਂ ਇੱਦਾਂ ਲੱਗਿਆ ਕੋਈ ਮਰਿਆ ਹੋਇਆ ਦੁਬਾਰਾ ਜ਼ਿੰਦਾ ਹੋ ਗਿਆ ਹੋਵੇ। ਦਿਲ ਕੀਤਾ 26 ਕਿਲੋਮੀਟਰ ਤੱਕ ਲਗਾਤਾਰ ਭੱਜ ਕੇ ਘਰ ਜਾਵਾਂ ਅਤੇ ਮਾਂ ਨੂੰ ਕਹਾਂ
ਚੱਕ ਹਰਾਤੀ ਕਿਸਮਤ ਤੇਰੇ ਪੁੱਤ ਨੇ। ਦੂਜਾ ਦਿਲ ਕਰੇ ਸੌਰਵ ਦੇ ਪੈਰੀਂ ਹੱਥ ਲਾਵਾਂ, ਜਿਹਨੇ ਮੇਰਾ ਇਹ ਸਾਰਾ ਕੰਮ ਕੀਤਾ ਕਾਲਜ ਦੇ ਫਾਰਮਾਂ ਦਾ। ਮਿੱਤਰਾਂ ਨੇ ਸੋਚਿਆ ਸਿਰਾ ਲਾਤਾ ਆਪਾਂ ਦੁਨੀਆ ਦਾ। ਫਿਰ ਕਾਲਜ ਜਾਣ ਲਈ ਕੱਪੜੇ ਮੈਨੂੰ ਮੇਰੇ ਸਬਵੇ ਵਾਲੇ ਨਾਲ ਕੰਮ ਕਰਨ ਵਾਲੇ ਮੁੰਡਿਆਂ ਨੇ ਲੈ ਕੇ ਦਿੱਤੇ। ਉਹ ਵੀ ਬਹੁਤ ਖੁਸ਼ ਸੀ ਵੀ ਸਾਡੇ 'ਚੋਂ ਕੋਈ ਕਾਲਜ ਵੀ ਜਾਇਆ ਕਰੂੰ। ਮੇਰੇ 'ਤੇ ਤਾਂ ਉਹਨਾਂ ਨੂੰ ਪਹਿਲਾਂ ਹੀ ਇੰਨਾ ਮਾਣ ਸੀ ਵੀ ਇਹ ਜ਼ਰੂਰ ਕੁਝ ਕਰੂ ਜ਼ਿੰਦਗੀ 'ਚ। ਇੰਨਾ ਤਾਂ ਮੇਰੀ ਮਾਂ ਤੋਂ ਬਾਅਦ ਬਸ ਇਹਨਾਂ ਨੂੰ ਹੀ ਸੀ। ਉਸ ਦਿਨ ਵੀ ਬਹੁਤ ਦਾਰੂ ਪੀਤੀ ਅਤੇ ਅਗਲੇ ਦਿਨ ਪਾ ਕੇ ਨਵੇਂ ਕੱਪੜੇ ਤੁਰ ਪਏ ਨਵੀਂ ਮੰਜ਼ਿਲ ਵੱਲ। ਸੌਰਵ ਗੇਟ 'ਤੇ ਹੀ ਖੜ੍ਹਾ ਉਡੀਕਦਾ ਸੀ। ਇਕੱਠੇ ਹੀ ਗਏ। ਬੜਾ ਖੁਸ਼ ਮੈਂ ਵੀ। ਮਾਤਾ ਕਹਿੰਦੀ ਹੁੰਦੀ ਸੀ ਕਿ ਨੋ ਨੌਲੇਜ ਵਿਦਆਊਟ ਕਾਲਜ, ਕਿ ਆਦਮੀ ਦਾ ਕਾਲਜ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਕਿਹਾ ਚੱਕ ਮਿੱਤਰਾ, ਆਹ ਝੰਡਾ ਤਾਂ ਗੱਡਤਾ। ਪਹਿਲੇ ਦਿਨ ਹੀ ਪ੍ਰਿੰਸੀਪਲ ਸਪੀਚ ਦੇਵੇ। ਮੈਂ ਲੇਟ ਪਹੁੰਚਿਆ ਹਮੇਸ਼ਾ ਵਾਂਗੂ। ਬਸ ਮੈਨੂੰ ਉਹਦੀ ਅਖੀਰੀ ਗੱਲ ਸੁਣੀ ਜੋ ਅੱਜ ਵੀ ਯਾਦ ਆ। ਉਹ ਗੱਲ ਵਿੱਚ ਦਮ ਬਹੁਤ ਸੀ। ਉਹਨੇ ਕਿਹਾ, ਬੱਚਿਓ, ਆਖਰ 'ਚ ਮੈਂ ਇਹੀ ਕਹਾਂਗਾ ਕਿ ਬਹੁਤ ਲੋਕ ਇਸ ਕਰਕੇ ਪੜ੍ਹਦੇ ਨੇ ਕਿ ਮਾਂ ਪਿਓ ਦਾ ਸੁਪਨਾ, ਬਹੁਤ ਇਸ ਕਰਕੇ ਕਿ ਫਿਊਚਰ ਵਧੀਆ ਹੋ ਜੇ। ਕੋਈ ਰਿਸ਼ਤੇਦਾਰਾਂ ਨੂੰ ਦਿਖਾਉਣ ਲਈ ਪੜ੍ਹਦਾ, ਕਈ ਤਾਂ ਇੰਨੇ ਵਿਹਲੇ ਹੁੰਦੇ ਆ ਜੋ ਕੁੜੀਆਂ ਪਿੱਛੇ ਕਾਲਜ ਲੱਗਦੇ ਆ। ਮੈਂ ਚਾਹੁੰਦਾ ਇੱਥੇ ਤੁਸੀਂ ਲੱਗੋ ਤਾਂ ਸਿਰਫ ਆਪਣੇ ਸੁਪਨਿਆਂ ਲਈ। ਇੱਕ ਲੰਮੀ ਉਡਾਰੀ ਭਰੋ, ਕਿਉਂਕਿ ਪਾਸ਼ ਕਹਿੰਦਾ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਇਸ ਲਈ ਜ਼ਿੰਦਗੀ 'ਚ ਜੋ ਵੀ ਬਣਨਾ ਹੈ ਬਸ ਆਪਣੀ ਖੁਸ਼ੀ ਲਈ ਬਣੋ। ਮੈਨੂੰ ਇਹ ਸਾਰੀ ਗੱਲ ਅੱਜ ਵੀ ਯਾਦ ਆ, ਪਰ ਉਹ ਮੌਕੇ 'ਤੇ ਬਸ ਇੱਕ ਹੀ ਚੀਜ਼ ਦਿਮਾਗ 'ਚ ਆਈ ਵੀ ਇਹ ਪਾਸ਼ ਕੌਣ ਆ। ਮੈਂ ਕਿਸੇ ਪ੍ਰੋਫੈਸਰ ਨੂੰ ਰੋਕ ਕੇ ਪੁੱਛ ਲਿਆ ਕਿ ਸਾਰੇ ਪਾਸ਼ ਕਿਸ ਸ਼ੈ ਦਾ ਨਾਮ ਹੈ। ਉਸਨੇ ਹੱਸ ਕੇ ਕਿਹਾ, ਕਾਕਾ ਲੱਗਦਾ 12ਵੀਂ ਕੀਤੇ ਬਿਨਾਂ ਹੀ BA 'ਚ ਆ ਗਿਆ। ਮੈਂ ਕਿਹਾ ਸਹੀ ਮੇਰੇ ਨਾਨ ਮੈਡੀਕਲ 'ਚੋਂ 83%। ਉਹਨੇ ਕਿਹਾ ਫੇਰ ਤੇਰਾ ਕਸੂਰ ਨਹੀਂ, ਇਹ ਆਰਟਸ ਵਾਲਿਆਂ ਦਾ ਹੀਰੋ ਹੈ। ਇਹ ਹੈ ਪੰਜਾਬੀ ਦਾ ਬਹੁਤ ਵੱਡਾ ਕ੍ਰਾਂਤੀਕਾਰੀ ਕਵੀ। ਇਹ ਆਮ ਜ਼ਿੰਦਗੀ ਬਾਰੇ ਸਿੱਧਾ ਸਿੱਧਾ ਲਿਖਦਾ, ਸ਼ਿਵ ਖਿਆਲੀ ਜ਼ਿੰਦਗੀ ਬਾਰੇ। ਫਿਰ ਮੈਂ ਕਿਹਾ ਪਾਸ਼ ਕਿੱਥੋਂ ਮਿਲੂੰ? ਉਸਨੇ ਕਿਹਾ ਲਾਇਬ੍ਰੇਰੀ 'ਚੋਂ। ਮੈਂ ਭੱਜ ਕੇ ਲਾਇਬ੍ਰੇਰੀ ਗਿਆ। ਪੰਜਾਬੀ ਸੈਕਸ਼ਨ 'ਚੋਂ ਇਸ਼ੂ ਕਰਾਈ ਮੋੜਨੀ ਪੈਂਦੀ ਸੀ। ਮੈਨੂੰ ਇਹ ਆਦਤ ਸਕੂਲ 'ਚ ਪਈ ਸੀ, ਮੈਂ ਕਿਤਾਬਾਂ ਚੋਰੀ ਕਰ ਲੈਂਦਾ ਸੀ। ਉਸ ਦਿਨ ਵੀ ਮੈਂ ਇਹੀ ਕੀਤਾ। ਫਿਰ ਇੱਕ ਦਿਨ ਘੜੀ 'ਤੇ ਨਿਗਾਹ ਗਈ, 2 ਵਜੇ ਸੀ। 3 ਵਜੇ ਮੇਰੀ ਸ਼ਿਫਟ ਸੀ ਸਬਵੇ। ਮੈਂ ਭੱਜ ਕੇ ਆਟੋ ਚੜ੍ਹਿਆ ਅਤੇ ਆਪਣੇ ਕੰਮ 'ਤੇ ਗਿਆ। ਪਾਸ਼ ਨੂੰ ਰੱਖਿਆ ਇੱਕ ਪਾਸੇ, ਵਰਦੀ ਪਾ ਕੇ ਕੰਮ 'ਤੇ ਲੱਗ ਗਿਆ। ਬਹੁਤ ਖੁਸ਼ ਸੀ ਸਾਰੇ। ਮੇਰੀ ਮਾਂ ਦਾ ਵੀ ਫੋਨ ਆਇਆ, ਕਿਵੇਂ ਲੱਗਿਆ ਕਾਲਜ? ਮੈਂ ਕਿਹਾ ਬਹੁਤ ਵਧੀਆ ਨਹੀਂ, ਪਰ ਠੀਕ ਹੈ, ਕਿਉਂਕਿ ਮੇਰੇ ਲਈ ਕਾਲਜ ਇੱਦਾਂ ਸੀ ਜਿੱਦਾਂ ਫਿਲਮਾਂ 'ਚ ਦਿਖਾਉਂਦੇ ਹੁੰਦੇ ਆ ਕਿ ਇੱਕ ਸਾਈਕਲਿੰਗ ਵਾਲੀ ਜਗ੍ਹਾ, ਇੱਕ ਸਵੀਮਿੰਗ ਪੂਲ, ਇੱਕ ਬॉयਜ਼ ਹੋਸਟਲ, ਇੱਕ ਗਰਲਜ਼ ਹੋਸਟਲ, ਪੂਰਾ ਸੋਹਣਾ ਇਨਫਰਾਸਟ੍ਰਕਚਰ, ਪਰ ਇਹ ਸਰਕਾਰੀ ਖੰਡਰ ਵਰਗਾ ਸੀ ਕੁਝ। ਪਰ ਚਲੋ ਜੋ ਵੀ ਸੀ, ਮੈਂ ਕਾਲਜ ਸੀ। ਹੁਣ ਥੋੜ੍ਹਾ ਜਿਹਾ ਤਾਂ ਖੁਸ਼ ਸੀ। ਫਿਰ ਜਦ ਮੈਂ ਕੰਮ ਤੋਂ ਫਲੈਟ ਜਾਣ ਲੱਗਿਆ, ਪਾਸ਼ 'ਤੇ ਨਿਗਾਹ ਪਈ ਅਤੇ ਨਾਲ ਚੱਕ ਲਿਆ। ਉਸ ਦਿਨ ਨਹੀਂ ਪੀਤੀ, ਸਿੱਧਾ ਕਮਰੇ 'ਚ ਗਿਆ ਅਤੇ ਖੋਲ੍ਹ ਕੇ ਪੜ੍ਹਨ ਲੱਗਿਆ। ਕਿਤਾਬ ਦਾ ਨਾਮ ਸੀ ਸਾਡੇ ਸਮਿਆਂ ਵਿੱਚ। ਮੈਂ ਉਹੀ ਸੁਪਨੇ ਮਰਨ ਵਾਲੀ ਕਵਿਤਾ ਪੜ੍ਹ ਰਿਹਾ ਸੀ ਤਾਂ ਇੱਕੋ ਦਮ ਉਹ ਅੱਗੇ ਆ ਗਈ। ਮੈਂ ਪੜ੍ਹਿਆ ਤਾਂ ਇਸ ਤਰ੍ਹਾਂ ਲੱਗਿਆ ਇਹ ਤਾਂ ਪਾਸ਼ ਬਿਲਕੁਲ ਮੇਰੀ ਗੱਲ ਕਰ ਰਿਹਾ ਹੈ। ਮੈਂ IIT ਦੇ ਸੁਪਨੇ ਲੈ ਕੇ ਕੰਮ 'ਤੇ ਲੱਗਿਆ ਹੋਇਆ ਹਾਂ, 6000 ਦੀ ਨੌਕਰੀ 'ਤੇ। ਇਹ ਸਭ ਤੋਂ ਖਤਰਨਾਕ ਗੱਲ ਹੈ। ਜੇ ਹਰ ਮਨੁੱਖ ਇਸ ਤਰ੍ਹਾਂ ਮੁਰਦਾ ਸ਼ਾਂਤੀ ਵਾਂਗ ਚੁੱਪ ਹੋ ਜਾਵੇ ਅਤੇ ਹਰ ਚੀਜ਼ ਨੂੰ ਸਹਿਣ ਕਰ ਲਵੇ, ਆਪਣੀ ਕਿਸਮਤ ਨੂੰ ਦੋਸ਼ ਦੇ ਕੇ ਸੁਪਨੇ ਮਾਰ ਲਏਗਾ। ਜੇ ਹਰ ਬੰਦਾ ਇਸ ਤਰ੍ਹਾਂ ਕਰਨ ਲੱਗ ਗਿਆ ਤਾਂ ਸਮਾਂ ਤਾਂ ਖੜ੍ਹ ਜਾਵੇਗਾ, ਕੋਈ ਤਰੱਕੀ ਹੀ ਨਹੀਂ ਹੋਵੇਗੀ। ਅਸੀਂ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਾਂਗੇ। ਪਾਸ਼ ਦੀਆਂ ਕੁਝ ਹੋਰ ਲਿਖਤਾਂ ਪੜ੍ਹੀਆਂ ਕਿ ਮੇਰੀ ਦੋਸਤ, ਮੈਨੂੰ ਜੀਣ ਦੀ ਬਹੁਤ ਲੋਚਾ ਸੀ। ਮੈਨੂੰ ਹੌਲੀ ਹੌਲੀ ਆਪਣਾ ਆਪ ਹੀ ਪਾਸ਼ ਲੱਗਣ ਲੱਗਾ ਕਿ ਇਹ ਸਭ ਤਾਂ ਮੇਰੇ ਲਈ ਲਿਖੀਆਂ ਕਵਿਤਾਵਾਂ ਤੇ ਜੀਵਨੀਆਂ, ਅਤੇ ਇੱਕ ਸ਼ਿਵ ਦੀ ਜੀਵਨੀ ਚੱਕ ਲਿਆਇਆ ਅਤੇ ਅੱਜ ਕੱਲ੍ਹ ਕੰਮ ਤੋਂ ਵਿਹਲਾ ਹੋ ਕੇ ਪੜ੍ਹਨ ਬਹਿ ਜਾਂਦਾ। ਇਹਨਾਂ ਸਭ ਦੀਆਂ ਜੀਵਨੀਆਂ 'ਚੋਂ ਇੱਕ ਗੱਲ ਬਹੁਤ ਕਾਮਨ ਸੀ ਕਿ ਇਹ ਦਾਰੂ ਅਤੇ ਸਿਗਰਟ ਬਹੁਤ ਪੀਂਦੇ ਸੀ। ਇਹ ਮੈਨੂੰ ਬਹੁਤ ਅਜੀਬ ਲੱਗੀ। ਫਿਰ ਮੈਂ ਕਾਲਜ ਦੇ ਆਡੀਟੋਰੀਅਮ ਅੱਗੇ ਇੱਕ ਦਿਨ ਲਿਖਿਆ ਪੜ੍ਹਿਆ, ਸਾਹਿਰ ਲੁਧਿਆਣਵੀ ਆਡੀਟੋਰੀਅਮ। ਮੈਂ ਸੋਚਿਆ ਇਹ ਕੌਣ ਸੀ? ਹੁਣ ਜਦ ਮੈਂ ਜਾ ਕੇ ਬੋਰਡ ਪੜ੍ਹਿਆ ਤਾਂ ਪਤਾ ਲੱਗਿਆ ਇਹ ਵੀ ਇੱਕ ਕਵੀ ਸੀ। ਫਿਰ ਪਾਸ਼ ਅਤੇ ਸ਼ਿਵ ਤੋਂ ਬਾਅਦ ਸਾਹਿਰ ਦਾ ਨੰਬਰ ਲੱਗਿਆ। ਪਰ ਕਮਾਲ ਦੀ ਗੱਲ ਇਹ ਸੀ, ਜਿਸ ਕਾਲਜ 'ਚੋਂ ਸਾਹਿਰ ਪੜ੍ਹ ਕੇ ਗਿਆ ਸੀ, ਉਸ ਦੀ ਲਾਇਬ੍ਰੇਰੀ 'ਚ ਮੈਨੂੰ ਉਸ ਦੀ ਲਿਖੀ ਹੋਈ ਇੱਕ ਕਿਤਾਬ ਵੀ ਨਹੀਂ ਮਿਲੀ। ਫਿਰ ਮੇਰੇ ਕੋਲ ਤਾਂ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਸੀ। ਮੈਨੂੰ ਸੌਰਵ ਕਈ ਵਾਰ ਕੰਮ 'ਤੇ ਛੱਡਣ ਜਾਂਦਾ ਸੀ। ਅੱਜ ਮੈਂ ਉਹਨੂੰ ਕਿਹਾ, ਯਾਰ ਇੱਕ ਕੰਮ ਹੀ ਕਰਦੇ, ਮੈਨੂੰ ਪੰਜਾਬੀ ਭਵਨ ਤੋਂ 2 ਕਿਤਾਬਾਂ ਹੀ ਲੈ ਦੇ। ਉਹ ਹੱਸ ਪਿਆ ਵੀ ਖੜ੍ਹ ਜਾ, ਹਾਲੇ ਕਿਹੜਾ ਪੇਪਰ ਨੇ। ਮੈਂ ਕਿਹਾ ਕਿ ਨਹੀਂ, ਸਿਲੇਬਸ ਦੀਆਂ ਨਹੀਂ, ਕੋਈ ਹੋਰ। ਕਾਫੀ ਹੈਰਾਨ ਹੋ ਕੇ ਉਹਨੇ ਪੁੱਛਿਆ ਕਿ ਕੋਈ ਹੋਰ ਤੋਂ ਕੀ ਮਤਲਬ? ਮੈਂ ਉਹਨੂੰ ਦੱਸਿਆ ਕਿ ਮੈਨੂੰ ਇਹਨਾਂ ਲਿਖਣ ਵਾਲਿਆਂ ਬਾਰੇ ਜਾਣ ਕੇ ਅਤੇ ਉਹਨਾਂ ਦੀਆਂ ਕਵਿਤਾਵਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ। ਉਸਨੇ ਕੁਝ ਸੋਚਿਆ ਅਤੇ ਮੈਨੂੰ ਲੈ ਗਿਆ। ਉੱਥੇ ਹੀ ਪੰਜਾਬੀ ਭਵਨ ਜਾ ਕੇ ਮੈਂ ਇੱਕ ਸਾਹਿਰ ਦੀ ਜੀਵਨੀ ਖਰੀਦੀ
ਤੇ ਇੱਕ ਉਹਦੀਆਂ ਕਵਿਤਾਵਾਂ ਦੀ ਕਿਤਾਬ। ਬਸ ਫੇਰ ਕਿਸੇ ਕੰਮ ਤੋਂ ਬਾਅਦ ਜਦ ਸਾਹਿਰ ਦੀ ਜ਼ਿੰਦਗੀ ਬਾਰੇ ਪੜ੍ਹਿਆ ਤਾਂ ਹੈਰਾਨ ਰਹਿ ਗਿਆ ਕਿ ਇਹ ਤਾਂ ਉਹ ਗਾਣੇ ਲਿਖਦਾ ਸੀ ਜਿਹੜੇ ਮੇਰੀ ਮਾਂ ਜਦ ਮੈਂ ਛੋਟਾ ਹੁੰਦਾ ਸੀ ਗਾਇਆ ਕਰਦੀ ਸੀ। ਮੈਂ ਸਾਰੀ ਜੀਵਨੀ ਪੜ੍ਹੀ। ਇਹ ਤਾਂ ਪਿਆਰ ਹੀ ਬਹੁਤ ਕਰਦਾ ਸੀ ਅੰਮ੍ਰਿਤਾ ਪ੍ਰੀਤਮ ਨੂੰ, ਪਰ ਵਿਆਹ ਨਹੀਂ ਕਰਾਇਆ। ਤੇ ਸਟੈਂਡੀ ਪਤੰਦਰ ਇੰਨਾ ਵੀ ਗਾਉਣ ਵਾਲੇ ਤੋਂ ਵੱਧ ਪੈਸੇ ਲਿਖਣ ਵਾਲਾ ਲਊ। ਸੰਨ 70-75 'ਚ ਇੱਕ ਗਾਣੇ ਦਾ 1 ਲੱਖ ਰੁਪਇਆ ਮੁੱਲ ਪਾ ਦਿੰਦਾ ਸੀ। ਮੈਂ ਬਹੁਤ ਅਟਰੈਕਟ ਹੋਇਆ ਵੀ ਇਹ ਕੀ, ਇਹਦੇ 'ਚ ਤਾਂ ਛੇ ਵਾਲੇ ਗੁਣ ਵੀ ਨੇ, ਪਾਸ਼ ਵਾਲੇ ਵੀ। ਲਿਖਦਾ ਸੀ ਤਾਂ ਸਾਲਾ ਇਹ ਕਦੇ ਨਹੀਂ ਸੀ ਸੋਚਿਆ ਵੀ ਗਾਣੇ ਲੱਖ ਰੁਪਏ ਦੇ ਵਿਕਦੇ ਨੇ। ਫਿਰ ਮੈਂ ਸਾਹਿਰ ਦੇ ਸ਼ੇਅਰ ਪੜ੍ਹੇ ਤੇ ਉਹ ਕਵਿਤਾ ਤਾਜ ਮਹਿਲ। ਮੈਂ ਉਸ ਦਿਨ ਪੱਕਾ ਕਰ ਲਿਆ, ਹੁਣ ਯਾਰ ਹੁਣੀ ਵੱਡੇ ਹੋ ਕੇ ਸਾਹਿਰ ਪਾਰਟ 2 ਬਣਨਗੇ, ਜਾਣਗੇ ਬੰਬੇ ਤੇ ਲੱਖਾਂ ਦੇ ਗੀਤ ਵੇਚਣਗੇ। ਪਹਿਲਾਂ ਮੇਰੇ ਦਿਮਾਗ 'ਚ ਫਸੀ ਰਹੀ ਅੰਮ੍ਰਿਤਾ ਪ੍ਰੀਤਮ ਕੌਣ ਹੈ। ਸੌਰਵ ਨੂੰ ਕਹਿ ਕੇ ਉਹਦੀ ਜੀਵਨੀ ਰਸੀਦੀ ਟਿਕਟ ਮੰਗਾਈ ਤੇ ਪੜ੍ਹੀ। ਇੰਨਾ ਪਾਗਲ ਸੀ ਮੈਂ, ਸਾਰੀ ਰਾਤ ਪੜ੍ਹਦਾ, ਫਿਰ ਕਾਲਜ ਜਾਂਦਾ, ਫਿਰ ਕੰਮ ਤੇ ਪਿੱਛੇ ਮੁੜ ਕੇ ਦੇਖਦਾ ਤਾਂ ਆਪ ਹੈਰਾਨ ਹੁੰਨਾ ਮੈਂ ਉਦੋਂ ਸੌਂਦਾ ਕਦੋਂ ਸੀ। ਬਸ ਫੇਰ ਕੀ, ਜਦ ਅੰਮ੍ਰਿਤਾ ਦੀ ਜ਼ਿੰਦਗੀ ਪੜ੍ਹੀ ਤਾਂ ਲੱਗਿਆ ਕੋਈ ਮਿਲੇ ਜੋ ਮੇਰੇ ਲਿਖੇ ਨੂੰ ਸਮਝ ਸਕੇ। ਅੰਮ੍ਰਿਤਾ ਕਹਿੰਦੀ ਸੀ, ਸਾਹਿਰ ਜਦ ਮੇਰੇ ਸਾਹਮਣੇ ਹੁੰਦਾ ਹੈ ਤਾਂ ਲੱਗਦਾ ਮੇਰੇ ਹੀ ਵਜੂਦ ਦਾ ਕੋਈ ਟੁਕੜਾ ਬੈਠਾ ਹੈ। ਇਹ ਪੜ੍ਹ ਕੇ ਮੈਂ 3 ਗੱਲਾਂ ਸੋਚੀਆਂ। ਇੱਕ ਤਾਂ ਅਮੀਰ ਹੋਣ ਲਈ ਤੇ ਇਹਨਾਂ ਜਿੰਨੇ ਵੱਡੇ ਬਣਨ ਲਈ ਲਿਖਣਾ ਸ਼ੁਰੂ ਕਰੋ, ਪਿਆਰ 'ਤੇ ਵੀ ਤੇ ਅਸੂਲਾਂ 'ਤੇ ਵੀ। ਸਾਹਿਰ ਵਾਂਗ ਫਿਰ ਲਿਖਣ ਲਈ ਜ਼ਿਆਦਾ ਤੋਂ ਜ਼ਿਆਦਾ ਦਾਰੂ ਪੀਓ, ਕਿਉਂਕਿ ਸਾਹਿਰ, ਪਾਸ਼, ਅੰਮ੍ਰਿਤਾ, ਸ਼ਿਵ ਇਹਨਾਂ ਸਭ ਦੀਆਂ ਜ਼ਿੰਦਗੀਆਂ 'ਚ ਦਾਰੂ ਤੇ ਸਿਗਰਟ ਦਾ ਅਹਿਮ ਰੋਲ ਆ। ਤੀਜਾ, ਲੱਭੋ ਮੇਰਾ ਵੀਰ ਵਜੂਦ ਦਾ ਟੁਕੜਾ, ਯਾਨੀ ਜਿਉਂਦੀ ਜਾਗਦੀ ਜਨਾਨੀ, ਯਾਨੀ ਕੁੜੀ ਜਿਹਦੇ 'ਤੇ ਗੀਤ ਲਿਖ ਕੇ ਤੁਸੀਂ ਦੁਨੀਆ 'ਚ ਮਸ਼ਹੂਰ ਹੋ। ਫਿਰ ਉਹ ਤੁਹਾਨੂੰ ਛੱਡ ਦੇਵੇ, ਫਿਰ ਤੁਸੀਂ ਦੁੱਖ ਭਰੇ ਗੀਤ ਗਾ ਕੇ ਕਾਮਯਾਬੀ ਦੀ ਸਿਖਰ 'ਤੇ ਪਹੁੰਚ ਜਾਓ। ਨਾਲੇ ਸ਼ਾਇਰੀ ਬਾਈ ਵੀ ਤਾਂ ਕਹਿੰਦਾ ਸੀ, ਕੋਈ ਕਰਜ਼ਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ, ਮੈਨੂੰ ਛੱਡ ਜਾ ਦੇ ਕੇ ਧੋਖਾ ਮੇਰੀ ਜ਼ਿੰਦਗੀ ਬਣਾ ਦੇ। ਤੇ ਬਸ ਫੇਰ ਕੀ ਸੀ, ਆਪਾਂ ਰਾਤ ਨੂੰ ਪੀਣੀ ਦਾਰੂ ਤੇ ਪੜ੍ਹਿਆ ਕਰਨੀਆਂ ਕਵਿਤਾਵਾਂ। ਸਵੇਰੇ ਉੱਠ ਕੇ ਕਦੇ ਸ਼ਿਵ ਵਾਂਗੂ ਚੁੱਪ ਬੈਠੇ ਰਹਿਣਾ ਤਾਂ ਕਿ ਉਹਦੇ ਵਰਗਾ ਬਣਾ, ਕਦੇ ਪਾਸ਼ ਵਾਂਗ ਇਕੱਲੇ ਨਹੀਂ ਬੈਠੇ ਸੋਚੀ ਜਾਇਆ ਕਰਨਾ ਕਿ ਆਪਾਂ ਉੱਡਦੇ ਬਾਜਾਂ ਮਗਰ ਜਾਣਾ, ਕਿਉਂਕਿ ਉਹ ਕੋਈ ਆਪਣਾ 1 ਸੈਕਿੰਡ ਲੈ ਗਏ ਨੇ ਜਿਹਦੇ 'ਚ ਅਸੀਂ ਚੈਨ ਨਾਲ ਬਹਿਣਾ ਸੀ। ਕਦੇ ਸਾਹਿਰ ਦੀ ਫੋਟੋ ਨੂੰ ਮੱਥਾ ਟੇਕਣਾ ਕਿ ਬਾਬਿਓ ਕਰੋ ਕੋਈ ਕਿਰਪਾ, ਲੱਖਾਂ ਕਮਾਉਣੇ ਆ ਤੁਹਾਡੇ ਵਾਂਗ, ਅਮੀਰ ਹੋਣਾ, ਤੇ ਕਦੇ ਆਪਣੀ ਅੰਮ੍ਰਿਤਾ ਲੱਭਦੇ ਰਹਿਣਾ। ਬਸ ਇਸ ਤਰ੍ਹਾਂ ਕੱਟ ਰਹੀ ਸੀ ਜ਼ਿੰਦਗੀ। ਕੰਮ 'ਤੇ ਵੀ ਧਿਆਨ ਨਹੀਂ ਸੀ ਲੱਗ ਰਿਹਾ।